किताब ते सिख भी निगलिया गया। लेखक कुलबीर सिंह कौड़ा। भाग 17वां। आवाज़ भाई गुरजंट सिंह रूपोवाली। वाहिगुरू जी का खालसा वाहिगुरू जी की फतेह। इतिहास। भाई गुरदास जी दियां वारां नूं गुरबाणी दी कुंजी किया गया है। भाई वीर सिंह जी नूं श्रोमणी कवि होण दा सुभाग प्राप्त है, पर इतिहासकारां ने इन्हां दोहां विद्वानां नूं ही बुरी तरह नकारिਆ है। इत्थों तक कि इतिहासकार इन्हां दोहां नूं ही निजी दायरे विच कैद विद्वान ਮੰਨਦੇ ਹਨ। ਪਰ ਦੂਜੇ ਪਾਸੇ ਮੁੰਨੇ ਵਾਲਾਂ ਵਾਲੀ ਤੇ ਬੀੜੀ ਸਿਗਰਟ ਦੇ ਨਾਲ ਸ਼ਰਾਬ ਪੀਣ ਵਾਲੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਨੂੰ ਇਤਿਹਾਸਕਾਰ ਇੱਕ ਜਾਗਰੂਕ ਲੇਖਕਾ ਮੰਨਦੇ ਹਨ। ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਚਸ਼ਮਦੀਦ ਗਵਾਹ ਸਨ, ਪਰ ਫਿਰ ਵੀ ਉਹਨਾਂ ਨੇ ਇੱਕ ਅੱਖਰ ਵੀ ਉਹਨਾਂ ਦੀ ਸ਼ਹੀਦੀ ਬਾਰੇ ਨਹੀਂ ਲਿਖਿਆ। ਕਈ ਇਤਿਹਾਸਕਾਰਾਂ ਨੇ ਆਖਿਆ ਹੈ ਕਿ ਉਹ ਡਰ ਗਏ ਹੋਣਗੇ, ਕਈਆਂ ਨੇ ਕਿਹਾ ਹਕੂਮਤ ਅੱਗੇ ਵਿਕ ਗਏ ਹੋਣਗੇ, ਕਿਸੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ। ਇਸੇ ਤਰ੍ਹਾਂ ਹੀ ਭਾਈ ਵੀਰ ਸਿੰਘ ਜੀ ਨੇ ਬਹੁਤ ਹੀ ਉੱਚਤਮ ਸਾਹਿਤ ਦੀ ਰਚਨਾ ਕੀਤੀ ਹੈ। ਕੇਲੇ ਦੇ ਗਲ ਲੱਗੀ ਵੇਲ, ਬਨਕਸ਼ੇ ਦਾ ਫੁੱਲ ਤੇ ਹੋਰ ਕਈ ਬਹੁਤ ਹੀ ਪ੍ਰਮਾਤਮਾ ਪਿਆਰ ਨਾਲ ਸੰਬੰਧਿਤ ਵਿਸ਼ਿਆਂ ਨੂੰ ਆਪਣੀ ਕਵਿਤਾ ਰਾਹੀਂ ਛੋਹਿਆ ਹੈ। ਭਾਰਤ ਪਾਕਿਸਤਾਨ ਵੰਡ ਵੇਲੇ ਸਭ ਕੁਝ ਉਹਨਾਂ ਦੀਆਂ ਅੱਖਾਂ ਸਾਹਮਣੇ ਵਾਪਰਿਆ, ਪਰ ਉਹਨਾਂ ਨੇ ਇਸ ਦੇ ਵਿਰੋਧ ਵਿੱਚ ਇੱਕ ਸ਼ਬਦ ਵੀ ਨਹੀਂ ਲਿਖਿਆ। ਦੂਜੇ ਪਾਸੇ ਕਵਿਤਰੀ ਅੰਮ੍ਰਿਤਾ ਪ੍ਰੀਤਮ ਇੰਨਾ ਜ਼ੁਲਮ ਵੇਖ ਕੇ ਤੜਫ ਉੱਠੀ ਤੇ ਉਸ ਨੇ ਲਿਖਿਆ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ। ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ। ਸਾਹਿਤਕਾਰ ਕਹਿੰਦੇ ਹਨ ਕਿ ਜੇ ਅੰਮ੍ਰਿਤਾ ਪ੍ਰੀਤਮ ਇਸ ਕਵਿਤਾ ਤੋਂ ਬਗੈਰ ਕੁਝ ਵੀ ਹੋਰ ਨਾ ਲਿਖਦੀ ਤਾਂ ਵੀ ਉਹ ਸਾਹਿਤ ਦੀ ਦੁਨੀਆ ਵਿੱਚ ਛਾ ਜਾਂਦੀ, ਕਿਉਂਕਿ ਉਸ ਦੀਆਂ ਅੱਖਾਂ ਸਾਹਮਣੇ ਜੋ ਕੁਝ ਵਾਪਰਿਆ ਉਹ ਉਸ ਕੋਲੋਂ ਜਰਿਆ ਨਹੀਂ ਗਿਆ ਤੇ ਉਸ ਨੇ ਉਸ ਦਰਦ ਵਿੱਚ ਭਿੱਜ ਕੇ ਝੱਟ ਲੇਰ ਮਾਰ ਦਿੱਤੀ ਤੇ ਲੋਕਾਂ ਦੀ ਕਵਿਤਰੀ ਬਣ ਗਈ। ਭਾਈ ਵੀਰ ਸਿੰਘ ਨੇ ਸਭ ਕੁਝ ਅੱਖਾਂ ਸਾਹਮਣੇ ਹੁੰਦਾ ਵੇਖ ਕੇ ਵੀ ਅਣਡਿੱਠ ਕਰ ਦਿੱਤਾ ਤੇ ਆਪਣੇ ਆਪ ਵਿੱਚ ਹੀ ਮਸਤ ਰਹਿ ਕੇ ਸਾਹਿਤ ਰਚਦੇ ਰਹੇ। ਇਹੋ ਜਿਹਾ ਸਾਹਿਤ ਜਿੰਨਾ ਮਰਜ਼ੀ ਕੋਈ ਲਿਖ ਸੁੱਟ ਦੇਵੇ, ਆਮ ਆਦਮੀ ਨੇ ਉਸ ਵਿੱਚੋਂ ਕੀ ਕੱਢਣਾ ਪਾਉਣਾ ਹੁੰਦਾ ਹੈ। ਉਹਨਾਂ ਨੂੰ ਤਾਂ ਉਸ ਸਾਹਿਤ ਨਾਲ ਮਤਲਬ ਹੁੰਦਾ ਹੈ ਜਿਸ ਵਿੱਚ ਉਹਨਾਂ ਨਾਲ ਕੀਤੇ ਜਾਂਦੇ ਜ਼ੁਲਮਾਂ ਦੀ ਕਹਾਣੀ ਹੋਵੇ। ਉਹਨਾਂ ਨਾਲ ਵਾਪਰੇ ਭਾਣੇ ਨੂੰ ਕਾਗਜ਼ ਤੇ ਉਤਾਰਨ ਵਾਲਾ ਉਹਨਾਂ ਦਾ ਹਮਦਰਦ ਸਾਹਿਤਕਾਰ ਅਖਵਾਉਂਦਾ ਹੈ। ਇਤਿਹਾਸ ਕੀ ਹੈ? ਜੋ ਘਟਨਾਵਾਂ ਅੱਜ ਵਾਪਰ ਰਹੀਆਂ ਹਨ ਉਹ ਕੱਲ੍ਹ ਦਾ ਇਤਿਹਾਸ ਹੋਣਗੀਆਂ, ਜਾਂ ਦੂਜੇ ਅੱਖਰਾਂ ਵਿੱਚ ਇਤਿਹਾਸ ਉਹ ਸੱਚ ਹੁੰਦਾ ਹੈ ਜੋ ਉਸ ਵੇਲੇ ਦੇ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਹੁੰਦਾ ਹੈ। ਜੇ ਅੱਖਾਂ ਨਾਲ ਵੇਖਣ ਵਾਲਾ ਬੰਦਾ ਆਪਣੇ ਆਪ ਨੂੰ ਇਤਿਹਾਸਕਾਰ ਆਖੇ ਪਰ ਉਸ ਬਾਰੇ ਲਿਖੇ ਕੁਝ ਨਾ, ਤਾਂ ਉਹ ਇਤਿਹਾਸਕਾਰ ਅਖਵਾਉਣ ਦਾ ਹੱਕਦਾਰ ਕਿਵੇਂ ਹੋ ਸਕਦਾ ਹੈ? ਜੇ ਅੱਜ ਦੇ ਸਾਹਿਤਕਾਰ ਵੀ ਅੱਜ ਬਾਰੇ ਕੁਝ ਨਹੀਂ ਲਿਖਦੇ ਤੇ ਅੱਖਾਂ ਮੀਟ ਛੱਡਣਗੇ ਤਾਂ ਉਹ ਲੋਕ ਅਦਾਲਤ ਵਿੱਚ ਬੜੇ ਸ਼ਰਮਸ਼ਾਰ ਹੋਣਗੇ। ਉਹਨਾਂ ਦੀ ਵਿਦਵਤਾ ਨੂੰ ਲੋਕਾਂ ਨੇ ਰਗੜ ਕੇ ਫੋੜੇ ਤੇ ਲਾਉਣਾ ਹੈ। 1978 ਤੋਂ ਲੈ ਕੇ 1998 ਤੱਕ ਲੋਕ ਜ਼ੁਲਮ ਦੀ ਭੱਠੀ ਵਿੱਚ ਸੜ ਰਹੇ ਹਨ। ਥੋੜਾ ਜਾਂ ਬਹੁਤਾ ਸੇਕ ਬਹੁਤ ਲੋਕਾਂ ਨੂੰ ਲੱਗਾ ਹੈ। ਕਈਆਂ ਨੂੰ ਪੁਲਿਸ ਨੇ ਮਾਰਿਆ, ਕਈਆਂ ਨੂੰ ਖਾੜਕੂਆਂ ਨੇ ਮਾਰਿਆ, ਕਈ ਪੁਲਿਸ ਵਾਲੇ ਖਾੜਕੂਆਂ ਹੱਥੋਂ ਮਰੇ ਤੇ ਕਈ ਖਾੜਕੂ ਝੂਠੇ ਜਾਂ ਸੱਚੇ ਪੁਲਿਸ ਮੁਕਾਬਲਿਆਂ ਵਿੱਚ ਮਰੇ। ਕਈ ਵਿਚਾਰੇ ਬੇਦੋਸ਼ੇ ਤੇ ਭੁਲੇਖੇ ਨਾਲ ਹੀ ਬੱਚੇ ਲਈ ਬਾਜ਼ਾਰੋਂ ਟੌਫੀਆਂ ਲੈਣ ਗਏ, ਗੋਲੀ ਦੀ ਚਪੇਟ ਵਿੱਚ ਆ ਗਏ ਤੇ ਜਾਨ ਗਵਾ ਬੈਠੇ। ਮਾਰੇ ਜਾਣ ਤੋਂ ਇਲਾਵਾ ਇਸ ਸੰਘਰਸ਼ ਵਿੱਚ ਹੋਰ ਵੀ ਬਹੁਤ ਬੇਨਿਯਮੀਆਂ ਹੋਈਆਂ ਹਨ। ਹਰ ਵਿਅਕਤੀ ਨੂੰ ਹਰ ਗੱਲ ਤੇ ਹਰ ਘਟਨਾ ਦਾ ਪਤਾ ਨਹੀਂ ਹੋ ਸਕਦਾ, ਪਰ ਉਸ ਨੂੰ ਜਿੰਨੀ ਕੁ ਗੱਲ ਦਾ ਪਤਾ ਹੈ ਉਹ ਤਾਂ ਲੋਕਾਂ ਅੱਗੇ ਲਿਆਵੇ। ਇਸ ਤਰ੍ਹਾਂ ਕਰਦਿਆਂ ਜਾਣਕਾਰੀ ਦਾ ਇੱਕ ਵੱਡਾ ਢੇਰ ਇਕੱਠਾ ਹੋ ਜਾਂਦਾ ਹੈ। ਇਹ ਢੇਰ ਭਾਵੇਂ ਤੂੜੀ ਦੇ ਦਾਣਿਆਂ ਦੇ ਰਲੇ ਮਿਲੇ ਢੇਰ ਵਰਗਾ ਹੀ ਕਿਉਂ ਨਾ ਹੁੰਦਾ, ਇਤਿਹਾਸਕਾਰ ਜ਼ਰੂਰ ਵਿੱਚੋਂ ਦਾਣਿਆਂ ਨੂੰ ਵੱਖ ਕਰ ਲੈਂਦੇ। ਪਰ ਅਫਸੋਸ ਇਹ ਹੈ ਕਿ ਸਾਰੇ ਸਾਹਿਤਕਾਰ ਦੜ ਵੱਟ ਕੇ ਬਹਿ ਗਏ ਹਨ। ਹੁਣ ਤੱਕ ਜਿੰਨਾ ਇਸ ਬਾਰੇ ਲਿਖਿਆ ਜਾਣਾ ਚਾਹੀਦਾ ਸੀ ਉਸ ਦਾ 50ਵਾਂ ਹਿੱਸਾ ਵੀ ਨਹੀਂ ਲਿਖਿਆ ਗਿਆ। ਬਸ ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਵਾਂਗ
ਜਿਹੜੇ ਮਨੁੱਖਤਾ ਦਾ ਆਹੂ ਲਾਉਣ ਵਾਲੇ ਸਨ, ਉਹਨਾਂ ਨੇ ਹੀ ਕਿਤਾਬਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ, ਪਰ ਉਹਨਾਂ ਦਾ ਜਵਾਬ ਦੇਣ ਵਾਲੇ ਚੁੱਪਚਾਪ ਬੈਠੇ ਹਨ। ਵੈਸੇ ਵੀ 1978 ਤੋਂ ਚੱਲਿਆ ਸਿੱਖ ਸੰਘਰਸ਼ ਫੇਲ ਹੋ ਗਿਆ ਹੈ। ਕਿਹਾ ਜਾ ਸਕਦਾ ਹੈ ਕਿ ਸੰਘਰਸ਼ ਚਲਾਉਣ ਵਾਲੀ ਧਿਰ ਹਾਰ ਗਈ ਹੈ। ਹਾਰੇ ਹੋਇਆਂ ਦੇ ਇਤਿਹਾਸ ਹਮੇਸ਼ਾ ਜਿੱਤੇ ਹੋਏ ਲੋਕ ਹੀ ਲਿਖਵਾਇਆ ਕਰਦੇ ਹਨ। ਜਿੱਤੇ ਹੋਏ ਲੋਕ ਇਤਿਹਾਸ ਲਿਖਵਾਉਂਦੇ ਹਨ ਤੇ ਹਾਰਿਆਂ ਹੋਇਆਂ ਦੇ ਲਿਖੇ ਜਾਂਦੇ ਹਨ। ਜੇ ਹਿਟਲਰ ਜਿੱਤ ਜਾਂਦਾ ਤਾਂ ਚਰਚਲ, ਸਟਾਲਿਨ ਵਗੈਰਾ ਦਾ ਇਤਿਹਾਸ ਹੋਰ ਹੁੰਦਾ। ਜਦੋਂ ਉਹ ਜਿੱਤ ਰਿਹਾ ਸੀ ਤਾਂ ਸੁਭਾਸ਼ ਚੰਦਰ ਬੋਸ ਉਸ ਤੋਂ ਬਹੁਤ ਪ੍ਰਭਾਵ ਸੀ। ਜੇ ਰਾਵਣ ਜਿੱਤ ਜਾਂਦਾ ਤਾਂ ਫਿਰ ਪੁਤਲੇ ਰਾਮ ਦੇ ਸੜਦੇ, ਕਿਉਂਕਿ ਸਰੂਪਨਖਾ ਦਾ ਨੱਕ ਵੱਢਣਾ ਕੋਈ ਛੋਟਾ ਜ਼ੁਰਮ ਨਹੀਂ ਸੀ। ਉਹ ਵੀ ਇੱਕ ਕਸ਼ਤਰੀ ਦੁਆਰਾ ਬ੍ਰਾਹਮਣ ਕੰਨਿਆ ਦਾ। ਕਸ਼ਤਰੀ ਦੀ ਕੀ ਜ਼ਰੂਰਤ ਸੀ ਕਿ ਉਹ ਬ੍ਰਾਹਮਣ ਦਾ ਕੀਤਾ ਹੋਇਆ ਪਿਸ਼ਾਬ ਵੀ ਉਲੰਘ ਜਾਵੇ। ਪਰ ਰਾਵਣ ਹਾਰ ਗਿਆ ਤੇ ਸੁੰਦਰ ਸਰੂਪਨਖਾ ਰਾਖਸ਼ਣੀ ਅਖਵਾਉਣ ਲੱਗੀ। ਇਸੇ ਹੀ ਤਰ੍ਹਾਂ ਸਿੱਖ ਖਾੜਕੂ ਸੰਘਰਸ਼ ਹਾਰ ਗਏ ਤੇ ਹੁਣ ਅੱਤਵਾਦੀ, ਲੁਟੇਰੇ ਅਤੇ ਦਰਿੰਦੇ ਅਖਵਾਉਣ ਲੱਗ ਪਏ। ਜਦੋਂ ਚੜ੍ਹਦੀ ਕਲਾ ਵਿੱਚ ਸਨ, ਉਦੋਂ ਅਖਬਾਰਾਂ ਤੇ ਟੀਵੀ ਵਾਲਿਆਂ ਦਾ ਖਬਰ ਦੇਣ ਲੱਗੇ ਖਾੜਕੂ ਖਾੜਕੂ ਕਹਿੰਦਿਆਂ ਦਾ ਮੂੰਹ ਸੁੱਕਦਾ ਸੀ। ਜ਼ਕਰੀਆ ਖਾਂ ਭਾਵੇਂ ਸਿੱਖਾਂ ਦਾ ਦੁਸ਼ਮਣ ਸੀ, ਪਰ ਉਹਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਇਹ ਫਕੀਰਾਂ ਦਾ ਟੋਲਾ ਹੈ ਤੇ ਘੋੜਿਆਂ ਦੀਆਂ ਕਾਠੀਆਂ ਤੇ ਹੀ ਇਹਨਾਂ ਦਾ ਘਰ ਹੈ। ਨਾਦਰ ਸ਼ਾਹ ਨੇ ਸਹਿਜ ਸੁਭਾਅ ਹੀ ਕਿਹਾ, ਜੇ ਇਹ ਗੱਲ ਹੈ ਤਾਂ ਤੇਰਾ ਰਾਜ ਖੁੱਸਾ ਹੀ ਸਮਝ। ਸਿੱਖਾਂ ਦੀ ਖੁਰਾਕ ਤੇ ਲੰਗਰ ਦਾ ਤੇ ਇਹ ਹਾਲ ਸੀ ਕਿ ਇੱਕ ਵਾਰ ਬਾਬਾ ਆਲਾ ਸਿੰਘ ਦੀ ਪਤਨੀ ਆਪ ਦਾਲ ਵਰਤਾ ਰਹੀ ਸੀ। ਇੱਕ ਸਿੱਖ ਦੇ ਕੋਲੇ ਵਿੱਚ ਜਦੋਂ ਦਾਲ ਪਾਈ ਤਾਂ ਉਹਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਉਹ ਗਰਮ ਦਾਲ ਉਹਦੇ ਸਿਰ ਵਿੱਚ ਪਾ ਦਿੱਤੀ ਤੇ ਕਿਹਾ, ਇੰਨੇ ਥੋੜੇ ਛੋਲਿਆਂ ਦੀ ਦਾਲ ਵਿੱਚ ਇੰਨਾ ਜ਼ਿਆਦਾ ਪਾਣੀ ਪਾ ਕੇ ਕਿਉਂ ਬਣਾਇਆ ਹੈ? ਸਿੱਖਾਂ ਨੂੰ ਬੜੇ ਅਜੀਬ ਹਾਲਾਤ ਵਿੱਚੋਂ ਲੰਘਣਾ ਤੇ ਫੈਸਲੇ ਲੈਣੇ ਪਏ। ਹਰ ਦੇਸ਼ ਵਿੱਚ ਆਪਣੇ ਆਪਣੇ ਬਹਾਦਰਾਂ ਦੇ ਕਿੱਸੇ ਗਾਏ ਜਾਂਦੇ ਹਨ ਅਤੇ ਇਤਿਹਾਸ ਪੜ੍ਹ ਕੇ ਸੁਣਾਇਆ ਜਾਂਦਾ ਹੈ। ਇੰਗਲੈਂਡ ਇੱਕ ਐਸਾ ਦੇਸ਼ ਹੈ ਜਿਸ ਨੇ ਲਗਭਗ ਸਾਰੀ ਦੁਨੀਆ ਤੇ ਰਾਜ ਕੀਤਾ ਹੈ। ਬੀਤ ਚੁੱਕੇ ਸਮੇਂ ਦੀਆਂ ਬਹਾਦਰੀਆਂ ਦੀਆਂ ਵਾਰਾਂ ਗਾਉਣ ਨੂੰ ਉਹ ਬਿਲਕੁਲ ਮਹੱਤਵ ਨਹੀਂ ਦਿੰਦੇ। ਇਸੇ ਲਈ ਇੰਗਲੈਂਡ ਦੇ ਬਹਾਦਰਾਂ ਦੀਆਂ ਕੋਈ ਕਿਸੇ ਕਹਾਣੀਆਂ ਨਹੀਂ ਛਪੇ। ਇਤਿਹਾਸ ਬਾਰੇ ਉਹਨਾਂ ਦਾ ਵਿਚਾਰ ਹੈ ਕਿ ਜਿੰਦੀਆਂ ਜਾਗਦੀਆਂ ਕੌਮਾਂ ਨਿਤ ਨਵਾਂ ਇਤਿਹਾਸ ਸਿਰਜਦੀਆਂ ਹਨ। ਇਤਿਹਾਸ ਦੀਆਂ ਗੱਲਾਂ ਕਰਕੇ ਉਹ ਕੌਮਾਂ ਆਪਣਾ ਚਿੱਤ ਪਰਚਾਉਂਦੀਆਂ ਹਨ ਜਿਹੜੀਆਂ ਵਰਤਮਾਨ ਵਿੱਚ ਨਕਾਰਾ ਹੋ ਚੁੱਕੀਆਂ ਹੋਣ, ਨਹੀਂ ਤਾਂ ਪਿਛਲੀਆਂ ਗੱਲਾਂ ਲਈ ਵਕਤ ਕਿਸ ਕੋਲ ਹੈ। ਪਰ ਇਸੇ ਹੀ ਗੱਲ ਦੇ ਜਵਾਬ ਵਿੱਚ ਇੰਗਲੈਂਡ ਦੀ ਇੱਕ ਵਿਦਵਾਨ ਪ੍ਰਧਾਨ ਮੰਤਰੀ ਸ਼੍ਰੀਮਤੀ ਮਾਰਗਰੇਟ ਥੈਚਰ ਨੇ ਕਿਹਾ ਸੀ, ਇਤਿਹਾਸ ਦਾ ਲਿਖਿਆ ਤੇ ਸਾਂਭਿਆ ਜਾਣਾ ਤਾਂ ਬੜਾ ਜ਼ਰੂਰੀ ਹੈ, ਪਰ ਸਾਡਾ ਇਤਿਹਾਸ ਤਾਂ ਉਹਨਾਂ ਦੇਸ਼ਾਂ ਵਿੱਚ ਲਿਖਿਆ ਤੇ ਸਾਂਭਿਆ ਪਿਆ ਹੈ ਜਿਨ੍ਹਾਂ ਦੇਸ਼ਾਂ ਵਿੱਚ ਸਾਡਾ ਰਾਜ ਰਿਹਾ ਹੈ ਅਤੇ ਸਾਡੀ ਫੌਜ, ਸਾਡੇ ਧਾਰਮਿਕ ਅਦਾਰੇ, ਸਾਡੇ ਇੰਜੀਨੀਅਰ ਅਤੇ ਸਾਡੇ ਡਾਕਟਰ ਤੇ ਹੋਰ ਲੋਕ ਜਿਨ੍ਹਾਂ ਨੇ ਉਹਨਾਂ ਦੇਸ਼ਾਂ ਵਿੱਚ ਜਾ ਕੇ ਬਰਤਾਨੀਆ ਸਰਕਾਰ ਵੱਲੋਂ ਕੰਮ ਕੀਤਾ ਹੈ ਦੇ ਪਦ ਚਿੰਨ੍ਹਾਂ ਦੇ ਨਿਸ਼ਾਨ ਮੌਜੂਦ ਹਨ ਤੇ ਰਹਿੰਦੀ ਦੁਨੀਆ ਤੱਕ ਮੌਜੂਦ ਰਹਿਣਗੇ, ਕਿਉਂਕਿ ਸਾਡੇ ਨਾਲ ਹੀ ਉਹਨਾਂ ਦੇਸ਼ਾਂ ਦਾ ਇਤਿਹਾਸ ਜੁੜਿਆ ਹੋਇਆ। ਸਾਨੂੰ ਮਨਫੀ ਕਰਕੇ ਉਹ ਆਪਣਾ ਇਤਿਹਾਸ ਨਹੀਂ ਬਣਾ ਸਕਣਗੇ। ਉਹਨਾਂ ਨੂੰ ਲਿਖਣਾ ਹੀ ਪਵੇਗਾ ਕਿ ਇੱਥੇ ਇੰਨੇ ਸੰਨ ਤੋਂ ਲੈ ਕੇ ਇੰਨੇ ਤੱਕ ਕਰਾਉਣ ਦਾ ਰਾਜ ਸੀ। ਇਤਿਹਾਸ ਦੀਆਂ ਗੱਲਾਂ ਤਾਂ ਸਿੱਖ ਵੀ ਬਹੁਤ ਕਰਦੇ ਹਨ। ਸਿੱਖ ਇਤਿਹਾਸ ਹਿੰਦੂਆਂ, ਮੁਸਲਮਾਨਾਂ ਜਾਂ ਅੰਗਰੇਜ਼ਾਂ ਨੇ ਲਿਖਿਆ। ਉਸ ਤੋਂ ਅੱਗੇ ਢਾਡੀਆਂ ਤੇ ਹੋਰ ਗਾਉਣ ਵਜਾਉਣ ਵਾਲਿਆਂ ਨੇ ਮੁਸਲਮਾਨਾਂ ਦਾ ਉਹ ਪੱਖ ਉਜਾਗਰ ਨਹੀਂ ਕੀਤਾ ਜਿਸ ਵਿੱਚ ਮੁਸਲਮਾਨਾਂ ਨੇ ਆਪਣੀ ਜਾਨ ਤੇ ਖੇਡ ਕੇ ਗੁਰੂ ਜੀ ਦੀ ਮਦਦ ਕੀਤੀ ਸੀ। ਹਜ਼ਰਤ ਮੀਆਂ ਮੀਰ ਤੋਂ ਲੈ ਕੇ ਪੀਰ ਬੁੱਧੂ ਸ਼ਾਹ, ਨਵਾਬ ਮਲੇਰਕੋਟਲਾ, ਨਵਾਬ ਰਾਏਕੋਟ, ਨਬੀ ਖਾਂ, ਗਨੀ ਖਾਂ ਤੇ ਲੱਕੜ ਸ਼ਾਹ ਨੂੰ ਉਹ ਸਤਿਕਾਰ ਨਹੀਂ ਮਿਲਿਆ ਜੋ ਉਹਨਾਂ ਦਾ ਹੱਕ ਬਣਦਾ ਸੀ। ਹਿੰਦੂਆਂ ਨੂੰ ਤਾਂ ਹਰ ਮੁਸਲਮਾਨ ਨਾਲ ਹੀ ਨਫ਼ਰਤ ਹੈ, ਪਰ ਜੇ ਗੁਰੂ ਜੀ ਨੂੰ ਹਰ ਮੁਸਲਮਾਨ ਨਾਲ ਹੀ ਨਫ਼ਰਤ ਹੁੰਦੀ ਤਾਂ ਉਹ ਔਰੰਗਜ਼ੇਬ ਦੇ ਜਾਨਸ਼ੀਨ ਬਹਾਦਰ ਸ਼ਾਹ ਦੀ ਲੜਾਈ ਵਿੱਚ ਮਦਦ ਨਾ ਕਰਦੇ। ਦੱਖਣ ਵੱਲ ਜਾਂਦਿਆਂ ਗੁਰੂ ਜੀ ਤੇ ਬਹਾਦਰ ਸ਼ਾਹ ਦੀ ਗੱਲਬਾਤ ਟੁੱਟਣ ਦਾ ਕਾਰਨ ਧਾਰਮਿਕ ਨਹੀਂ, ਰਾਜਨੀਤਿਕ ਸੀ। ਜਿਵੇਂ ਸਿੱਖਾਂ ਦੀ ਪੰਜਾਬੀ ਸੂਬੇ ਦੀ ਗੱਲਬਾਤ ਪਹਿਲਾਂ ਨਹਿਰੂ ਨਾਲ ਟੁੱਟੀ ਤੇ ਬਾਅਦ ਵਿੱਚ ਇੰਦਰਾ ਗਾਂਧੀ ਨੇ ਉਹ ਗੱਲ ਮੰਨ ਲਈ। ਸਿੱਖਾਂ ਦੇ ਰਾਗੀਆਂ ਢਾਡੀਆਂ ਨੇ ਹੀ ਅਸਲ ਵਿੱਚ ਸਿੱਖਾਂ ਨੂੰ ਮੁਸਲਮਾਨਾਂ ਤੋਂ ਦੂਰ ਕੀਤਾ ਹੈ। ਕਾਰਨ ਇਹ ਹੈ ਕਿ ਮੁਸਲਮਾਨ ਸਿਵਾਏ ਮਸੀਤ ਤੋਂ
ਹੋਰ ਕਿਸੇ ਦੇ ਵੀ ਧਰਮ ਅਸਥਾਨ ਵਿੱਚ ਨਹੀਂ ਜਾਂਦਾ, ਨਾ ਹੀ ਮੱਥਾ ਟੇਕਦਾ ਹੈ ਤੇ ਨਾ ਹੀ ਕੁਝ ਐਸਾ ਕਰਦਾ ਹੈ ਜੋ ਇਸਲਾਮ ਵਿੱਚ ਮਨ੍ਹਾ ਹੋਵੇ। ਪਰ ਸਿੱਖਾਂ ਦੇ ਦੀਵਾਨਾਂ ਵਿੱਚ ਹਿੰਦੂ ਆਮ ਹੀ ਜਾ ਬੈਠਦੇ ਹਨ। ਇਸ ਤਰ੍ਹਾਂ ਮੁਸਲਮਾਨਾਂ ਦੀ ਗੈਰ ਹਾਜ਼ਰੀ ਵਿੱਚ ਤੇ ਹਿੰਦੂਆਂ ਦੀ ਹਾਜ਼ਰੀ ਵਿੱਚ ਰਾਗੀ, ਢਾਡੀ ਤੇ ਕੀਰਤਨੀਏ ਉਹ ਗੱਲ ਕਰਦੇ ਹਨ ਜਿਹੜੀ ਹਿੰਦੂ ਦੇ ਵਿਰੁੱਧ ਜਾਂਦੀ ਹੋਵੇ। ਨਹੀਂ ਤਾਂ ਜਿੱਡਾ ਬੁਰਾ ਗੁਰੂਆਂ ਤੇ ਗੁਰੂ ਦੇ ਸਿੱਖਾਂ ਨਾਲ ਹਿੰਦੂ ਨੇ ਕੀਤਾ ਹੈ, ਮੁਸਲਮਾਨ ਨੇ ਤਾਂ ਉਹਦਾ 20ਵਾਂ ਹਿੱਸਾ ਵੀ ਨਹੀਂ ਕੀਤਾ। ਸਮੇਂ-ਸਮੇਂ ਤੇ ਭੀੜ ਬਣੀ ਤੇ ਮੁਸਲਮਾਨ ਮਦਦ ਲਈ ਦੌੜਦੇ ਰਹੇ ਹਨ। ਭੰਗਾਣੀ ਦੇ ਯੁੱਧ ਵਿੱਚ ਪੀਰ ਬੁੱਧੂ ਸ਼ਾਹ ਦੇ ਪੁੱਤਰ ਤੇ ਚੇਲੇ ਸ਼ਹੀਦ ਹੋਏ। ਨਵਾਬ ਮਲੇਰਕੋਟਲੇ ਨੇ ਹਾ ਦਾ ਨਾਅਰਾ ਮਾਰਿਆ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸਜ਼ਾਏ ਮੌਤ ਵੀ ਹੋ ਸਕਦੀ ਸੀ। ਨਵਾਬ ਰਾਏ ਕੋਟ ਦੇ ਘਰ ਮੁਗਲਾਂ ਦਾ ਘੇਰਾ ਪੈਣ ਤੇ ਗੁਰੂ ਜੀ ਇੱਕ ਤਰ੍ਹਾਂ ਨਾਲ ਲੁਕੇ ਹੋਏ ਸਨ। ਤਲਾਸ਼ੀ ਲੈਂਦਿਆਂ ਜਦੋਂ ਮੁਗਲ ਅਧਿਕਾਰੀ ਇੱਕ ਕਮਰੇ ਵੱਲ ਵਧੇ ਤਾਂ ਨਵਾਬ ਨੇ ਕਿਹਾ, ਮੇਰੀ ਧੀ ਤੇ ਜਵਾਈ ਅੰਦਰ ਹਨ। ਉਸ ਦੀ ਇਸ ਗੱਲ ਤੇ ਇਤਬਾਰ ਕਰਕੇ ਫੌਜ ਵਾਪਸ ਚਲੇ ਗਈ। ਵੇਖਿਆ ਜਾਵੇ ਤਾਂ ਇਹ ਕੋਈ ਮਾਮੂਲੀ ਘਟਨਾ ਨਹੀਂ ਸੀ। ਨਬੀ ਖਾਂ ਤੇ ਗਨੀ ਖਾਂ ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਫੌਜ ਦੇ ਜ਼ਬਰਦਸਤ ਘੇਰੇ ਵਿੱਚੋਂ ਬਾਹਰ ਕੱਢਿਆ। ਲੱਕੜ ਸ਼ਾਹ ਮੁਸਲਮਾਨਾਂ ਦੇ ਭਾਵੇਂ ਸ਼ਾਹ ਤੋਂ ਵੀ ਵੱਧ ਕੇ ਕੰਮ ਕੀਤਾ। ਮਹਾਰਾਣਾ ਪ੍ਰਤਾਪ ਤੇ ਭਾਵੇਂ ਸ਼ਾਹ ਦੋਵੇਂ ਹੀ ਹਿੰਦੂ ਸਨ, ਪਰ ਲੱਕੜ ਸ਼ਾਹ ਨੇ ਗੈਰ ਮਜ਼ਹਬੀ ਹੋ ਕੇ ਵੀ ਗੁਰੂ ਜੀ ਦੀ ਉਸ ਵੇਲੇ ਮਦਦ ਕੀਤੀ ਜਦੋਂ ਉਹ ਘੋਰ ਸੰਕਟ ਵਿੱਚ ਸਨ ਤੇ ਉਹਨਾਂ ਦੀ ਇੱਜ਼ਤ ਵੀ ਦਾਅ ਤੇ ਲੱਗੀ ਹੋਈ ਸੀ। ਮਾਲਵੇ ਵਿੱਚ ਕੁਝ ਚਿਰ ਠਹਿਰਨ ਤੋਂ ਬਾਅਦ ਗੁਰੂ ਜੀ ਜਦੋਂ ਦਿੱਲੀ ਵੱਲ ਚੱਲੇ ਤਾਂ ਬਰਾੜਾ, ਜਿਨ੍ਹਾਂ ਨੂੰ ਗੁਰੂ ਜੀ ਨੇ ਤਨਖਾਹ ਤੇ ਫੌਜ ਵਿੱਚ ਭਰਤੀ ਕੀਤਾ ਹੋਇਆ ਸੀ, ਨੇ ਗੁਰੂ ਜੀ ਦੇ ਘੋੜੇ ਦੀਆਂ ਵਾਗਾਂ ਫੜ ਲੀਆਂ ਤੇ ਕਿਹਾ, ਪਹਿਲਾਂ ਸਾਡੀਆਂ ਬਣਦੀਆਂ ਤਨਖਾਹਾਂ ਦਿਓ, ਫੇਰ ਜਾਣ ਦਿਆਂਗੇ। ਗੁਰੂ ਜੀ ਨੇ ਕਿਹਾ, ਤੁਹਾਨੂੰ ਸਿੱਖੀ ਚਾਹੀਦੀ ਹੈ ਕਿ ਤਨਖਾਹ ਦੇ ਪੈਸੇ? ਬਰਾੜਾ ਨੇ ਕਿਹਾ, ਅਸਾਂ ਸਿੱਖੀ ਨੂੰ ਕੀ ਕਰਨਾ ਹੈ, ਸਾਡੀ ਤਨਖਾਹ ਸਾਨੂੰ ਦਿਓ। ਜਦੋਂ ਇਹ ਤਰਕਬਾਜੀ ਚੱਲ ਰਹੀ ਸੀ ਤਾਂ ਲੱਕੜ ਸ਼ਾਹ ਨਾਂ ਦਾ ਮੁਸਲਮਾਨ 2 ਖੋਤਿਆਂ ਤੇ ਪੈਸਿਆਂ ਦੀਆਂ ਛਟਾਂ ਲੱਦੀ ਪਹੁੰਚ ਗਿਆ ਤੇ ਕਿਹਾ, ਗੁਰੂ ਜੀ, ਮੈਂ ਆਪ ਜੀ ਨੂੰ ਕਈ ਪਿੰਡਾਂ ਵਿੱਚ ਲੱਭਦਾ ਲਭਾਉਂਦਾ ਆਇਆ ਹਾਂ, ਇਹ ਪੈਸੇ ਸਵੀਕਾਰ ਕਰੋ। ਗੁਰੂ ਜੀ ਨੇ ਸਾਰੇ ਬਰਾੜਾਂ ਦੀਆਂ ਤਨਖਾਹਾਂ ਦਾ ਭੁਗਤਾਨ ਕੀਤਾ ਤੇ ਬਾਕੀ ਰਕਮ ਉੱਥੇ ਹੀ ਕਿਸੇ ਥਾਂ ਨੱਪ ਦਿੱਤੀ। ਉੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ। ਅਸਾਂ ਆਪਣਾ ਪਿਛਲਾ ਇਤਿਹਾਸ ਆਪ ਹੀ ਗਾਉਂ ਕੇ ਕੀਰਤਨ ਕਰ ਕਰਕੇ ਵਿਗਾੜ ਲਿਆ ਹੈ ਤੇ ਸਾਂਭਿਆ ਵੀ ਨਹੀਂ। ਡਾਕਟਰ ਗੰਡਾ ਸਿੰਘ, ਜੋ ਸਿੱਖ ਇਤਿਹਾਸ ਦੇ ਬੜੇ ਖੋਜੀ ਸਨ, ਨੇ ਕਿਹਾ ਹੈ ਕਿ ਅਨਪੜ੍ਹਤਾ ਵਸ ਸਿੱਖ ਕੌਮ ਨੇ ਆਪਣੇ ਇਤਿਹਾਸਕ ਦਸਤਾਵੇਜ਼ ਭੰਗ ਦੇ ਪਹਾੜੇ ਬਰਬਾਦ ਕੀਤੇ ਹਨ। ਉਹ ਕਹਿੰਦੇ ਹਨ ਕਿ ਇੱਕ ਵਾਰ ਉਹ ਕਿਸੇ ਪਿੰਡ ਗਏ ਤੇ ਇੱਕ ਬੱਚੇ ਦੇ ਹੱਥ ਵਿੱਚ ਇੱਕ ਐਸਾ ਮੈਲਾ ਜਿਹਾ ਗੱਤਾ ਵੇਖਿਆ। ਖੋਜੀ ਸੁਭਾਅ ਅਨੁਸਾਰ ਜਦੋਂ ਉਹ ਗੱਤਾ ਉਹਨਾਂ ਨੇ ਪੜ੍ਹ ਕੇ ਵੇਖਿਆ ਤਾਂ ਹੈਰਾਨ ਹੋ ਗਏ। ਉਹ ਦਸਤਾਵੇਜ਼ ਅੰਗਰੇਜ਼ਾਂ ਤੇ ਚੜ੍ਹਾਈ ਕਰਨ ਸਮੇਂ ਸਿੱਖ ਸਰਦਾਰਾਂ ਵੱਲੋਂ ਲਿਆ ਗਿਆ ਪ੍ਰਣ ਪੱਤਰ ਸੀ, ਜਿਸ ਉੱਤੇ ਸਭ ਸਰਦਾਰਾਂ ਦੇ ਦਸਤਖਤ ਸਨ ਤੇ ਆਖਰੀ ਦਮ ਤੱਕ ਲੜਨ ਦਾ ਪ੍ਰਣ ਸੀ। ਜਦੋਂ ਡਾਕਟਰ ਸਾਹਿਬ ਨੇ ਬੱਚੇ ਨੂੰ ਪੁੱਛਿਆ, ਇਹ ਗੱਤਾ ਤੂੰ ਕਿੱਥੋਂ ਲਿਆ ਹੈ, ਤਾਂ ਉਸ ਨੇ ਕਿਹਾ, ਜੀ ਇਸੇ ਤਰ੍ਹਾਂ ਦੇ ਗੱਤਿਆਂ ਤੇ ਹੋਰ ਕਈ ਕਾਗਜ਼ਾਂ ਦੀਆਂ ਪੰਡਾਂ ਸਾਡੇ ਤੂੜੀ ਵਾਲੇ ਅੰਦਰ ਰੁਲਦੀਆਂ ਫਿਰਦੀਆਂ ਹਨ। ਕੀ ਕਦੇ ਕਿਸੇ ਹੋਰ ਕੌਮ ਨੇ ਵੀ ਇਸ ਤਰ੍ਹਾਂ ਕੀਤਾ ਹੈ? ਜਿੱਥੇ ਅਸਾਂ ਪਿਛਲਾ ਇਤਿਹਾਸ ਆਪ ਹੀ ਬਰਬਾਦ ਕਰ ਦਿੱਤਾ ਹੈ, ਉੱਥੇ ਅੱਜ ਦੇ ਇਤਿਹਾਸ ਨੂੰ ਵੀ ਨਹੀਂ ਰਹਿਣ ਦਿੱਤਾ। ਵਿਦੇਸ਼ਾਂ ਵਿੱਚ ਜਾਓ ਤਾਂ ਇਟਲੀ ਵਿੱਚ ਉਹ ਥਾਂ ਅਜੇ ਵੀ ਉਸੇ ਤਰ੍ਹਾਂ ਹੀ ਮੌਜੂਦ ਹੈ ਜਿੱਥੇ ਸਾਨਾਂ ਨਾਲ ਲੜਾਈ ਹੁੰਦੀ ਸੀ। ਉਹ ਸਾਰੀ ਇਮਾਰਤ ਵਿੱਚੋਂ ਢੱਠੀ ਹੋਈ ਹੈ, ਪਰ ਉਹਨਾਂ ਨੇ ਜਾਣ ਬੁੱਝ ਕੇ ਹੀ ਇਸ ਤਰ੍ਹਾਂ ਦੀ ਰੱਖੀ ਹੋਈ ਹੈ। ਇੰਗਲੈਂਡ ਦੀ ਯੂਨੀਵਰਸਿਟੀ ਆਕਸਫੋਰਡ ਦੀਆਂ ਪੁਰਾਣੀਆਂ ਪੌੜੀਆਂ ਘਸ-ਘਸ ਕੇ ਪੀਪੂ ਹੋ ਗਈਆਂ ਹਨ। ਪੌੜੀ ਵਿੱਚ ਪਾਏ ਹੋਏ ਸਰੀਏ ਵੀ ਅੱਧੇ ਧੱਸ ਗਏ ਹਨ। ਲੋਕਾਂ ਨੇ ਸਰਕਾਰ ਤੇ ਬੜਾ ਜ਼ੋਰ ਪਾਇਆ ਕਿ ਇਹਨਾਂ ਪੌੜੀਆਂ ਦੀ ਮੁਰੰਮਤ ਕੀਤੀ ਜਾਵੇ। ਸਰਕਾਰ ਨੇ ਨਵੀਆਂ ਪੌੜੀਆਂ ਹੋਰ ਬਣਾ ਦਿੱਤੀਆਂ, ਪਰ ਪੁਰਾਣੀਆਂ ਨੂੰ ਨਹੀਂ ਛੇੜਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਇਤਿਹਾਸਕ ਪੌੜੀਆਂ ਹਨ, ਇੱਥੋਂ ਦੀ ਬੜੇ ਸਕਾਲਰ ਤੇ ਵਿਦਵਾਨ ਲੰਘ ਕੇ ਗਏ ਹਨ। ਉਹਨਾਂ ਦੀ ਯਾਦ ਇਹਨਾਂ ਪੌੜੀਆਂ ਰਾਹੀਂ ਤਾਜ਼ਾ ਰਹਿਣੀ ਚਾਹੀਦੀ। ਪਰ ਸਿੱਖਾਂ ਨੇ ਉਹ ਥਾਂ ਵੀ ਢਾਹ ਕੇ ਕਾਰ ਪਾਰਕਿੰਗ ਬਣਾ ਦਿੱਤੀ ਹੈ, ਜਿਸ ਮੁਗਲ ਕੋਤਵਾਲੀ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਰੱਖਿਆ ਗਿਆ ਸੀ ਤੇ ਤਸੀਹੇ ਦਿੱਤੇ ਗਏ ਸਨ। ਹੁਣ ਸਿੱਖ ਇਹ ਫੈਸਲਾ ਕਰਨ ਕਿ ਇਤਿਹਾਸਕ ਪੱਖੋਂ ਕੋਤਵਾਲੀ ਦਾ ਜਿਉਂ ਦਾ ਤਿਉਂ ਰੱਖਿਆ ਜਾਣਾ ਜ਼ਰੂਰੀ ਸੀ ਕਿ ਨਹੀਂ। ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖਤ ਢਾਹ ਦਿੱਤਾ। ਰਾਮਗੜ੍ਹੀਏ ਬੁੰਗੇ ਵੀ ਉੱਪਰੋਂ ਢਹਿ ਗਏ।
ਪਰਿਕਰਮਾ ਦੇ ਨਾਲ ਵਰਾਂਡੇ ਗੋਲੀਆਂ ਨਾਲ ਛਲਣੀ ਹੋਏ ਪਏ ਸਨ ਤੇ ਦਰਬਾਰ ਸਾਹਿਬ ਤੇ ਵੀ ਵੱਜੀਆਂ ਗੋਲੀਆਂ ਦੇ ਨਿਸ਼ਾਨ ਸਨ। ਜਦੋਂ ਬਾਬਾ ਹਰਬੰਸ ਸਿੰਘ ਨੇ ਕਾਰ ਸੇਵਾ ਸ਼ੁਰੂ ਕਰਕੇ ਇਹ ਨਿਸ਼ਾਨੀਆਂ ਮਿਟਾਉਣੀਆਂ ਸ਼ੁਰੂ ਕੀਤੀਆਂ ਤਾਂ ਮੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਮੇਰੀ ਡਿਊਟੀ ਲਾਈ ਕਿ ਗੱਲਬਾਤ ਤੇ ਬੇਨਤੀ ਕਰਕੇ ਮੈਂ ਇਹ ਕਾਰ ਸੇਵਾ ਰੁਕਵਾਵਾਂ। ਹੁਣ ਜਾਂ ਆਉਣ ਵਾਲੇ ਸਮੇਂ ਵਿੱਚ ਸਿੱਖ ਇਹ ਨਾ ਸਮਝ ਲੈਣ ਕਿ ਇਹਨਾਂ ਕਾਰ ਸੇਵੀ ਬਾਬਿਆਂ ਤੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਨੇ ਇਹ ਇਤਿਹਾਸਕ ਨਿਸ਼ਾਨ ਮਿਟਾਉਣ ਤੋਂ ਰੋਕਿਆ ਨਹੀਂ ਸੀ। ਇਸ ਲਈ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੀਆਂ ਕਾਤਰਾਂ ਤੇ ਚੌਕ ਮਹਿਤੇ ਵਿੱਚ ਇਤਿਹਾਸ ਮਿਟਾਉਣ ਦੀਆਂ 2 ਘਟਨਾਵਾਂ ਇੱਥੇ ਲਿਖ ਰਿਹਾ ਹਾਂ। ਇਹਨਾਂ ਦੋਹਾਂ ਘਟਨਾਵਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ ਤੇ ਬਹੁਤ ਸਰਗਰਮੀ ਨਾਲ ਯਤਨਸ਼ੀਲ ਰਿਹਾ ਹਾਂ ਕਿ ਇਸ ਤਰ੍ਹਾਂ ਨਾ ਹੋਵੇ। ਪਰ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੇ ਢਹੇ ਚੜ੍ਹੇ ਹੋਏ ਕਾਰ ਸੇਵਾ ਵਾਲੇ ਸਾਧ ਤੇ ਸ਼੍ਰੋਮਣੀ ਕਮੇਟੀ ਕਦੋਂ ਟਲਦੀ ਸੀ, ਨਾਲੇ ਅਗਲੇ ਟਲਣ ਦਿੰਦੇ ਸਨ। ਕਈ ਵਾਰ ਤਾਂ ਐਸਾ ਹੁੰਦਾ ਹੈ ਕਿ ਸਿੱਖ ਸਾਧ ਏਜੰਸੀਆਂ ਵੱਲੋਂ ਦਿੱਤੇ ਕੰਮ ਤੋਂ ਵੀ ਅਗਾਂਹ ਲੰਘ ਜਾਂਦੇ ਹਨ। ਜਿਵੇਂ ਕਲਾਸ ਵਿੱਚ ਮਾਸਟਰ ਨੇ ਬੱਚਿਆਂ ਨੂੰ ਪੁੱਛਿਆ, ਬੱਚਿਓ ਤੁਸੀਂ ਆਪਣੀ ਮੰਮੀ ਦੇ ਆਖੇ ਲੱਗਦੇ ਹੋ? ਫਿਰ ਮਾਸਟਰ ਨੇ ਇੱਕ ਸ਼ਰਾਰਤੀ ਜਿਹੇ ਬੱਚੇ ਨੂੰ ਪੁੱਛਿਆ, ਤੂੰ ਲੱਗਦਾ ਹੈ? ਬੱਚੇ ਨੇ ਕਿਹਾ, ਆਹੋ ਜੀ, ਕਈ ਵਾਰ ਤਾਂ ਮੈਂ ਬਹੁਤਾ ਹੀ ਆਖੇ ਲੱਗ ਜਾਂਦਾ। ਮਾਸਟਰ ਨੇ ਹੈਰਾਨ ਹੋ ਕੇ ਪੁੱਛਿਆ, ਉਹ ਕਿਵੇਂ? ਬੱਚੇ ਨੇ ਕਿਹਾ, ਜੀ ਮੇਰੀ ਮਾਂ ਜਦੋਂ ਮੈਨੂੰ ਆਖੇ ਪਈ ਫਰਿੱਜ ਵਿੱਚ ਜਿਹੜੀ ਆਈਸਕ੍ਰੀਮ ਪਈ ਆ ਉਹ ਕੱਢ ਕੇ ਤੂੰ ਅੱਧੀ ਖਾ ਲੈ ਤਾਂ ਮੈਂ ਸਾਰੀ ਖਾ ਸੁੱਟਦਾ। ਬਸ ਉਸ ਬੱਚੇ ਵਾਲਾ ਹਾਲ ਹੀ ਕਾਰ ਸੇਵਾ ਵਾਲੇ ਸਾਧਾਂ, ਸ਼੍ਰੋਮਣੀ ਕਮੇਟੀ ਤੇ ਅਕਾਲੀ ਪਾਰਟੀਆਂ ਦਾ। ਭਾਰਤੀ ਗੁਪਤਚਰ ਏਜੰਸੀਆਂ ਵੱਲੋਂ ਆਪਣੀ ਜਾਨ ਤੇ ਆਉਣ ਵਾਲੇ ਖਤਰੇ ਤੋਂ ਬਚਦੇ ਹੋਏ ਮੈਂ ਕਾਰ ਸੇਵਾ ਰੋਕਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ, ਪਰ ਸਫਲ ਨਾ ਹੋਇਆ। ਹੁਣ ਇੱਕ ਵੀ ਨਿਸ਼ਾਨ ਐਸਾ ਨਹੀਂ ਬਚਿਆ ਜਿਸ ਨੂੰ ਵੇਖ ਕੇ ਕੋਈ ਕਹਿ ਸਕੇ ਕਿ 1984 ਨੂੰ ਇੱਥੇ ਭਾਰਤੀ ਫੌਜਾਂ ਨੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਸੀ। ਇੱਕ ਅਖਬਾਰੀ ਕਟਿੰਗ ਦਾ ਹਵਾਲਾ ਵੇਖੋ। 18 ਅਕਤੂਬਰ 1994 ਨੂੰ ਇੱਥੋਂ ਜਾਰੀ ਇੱਕ ਪ੍ਰੈਸ ਨੋਟ ਵਿੱਚ ਜਥੇਦਾਰ ਕੁਲਬੀਰ ਸਿੰਘ ਕੌੜਾ, ਮੈਂਬਰ ਕੇਂਦਰੀ ਭਰਤੀ ਅਤੇ ਚੋਣ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੀ ਕਾਰ ਸੇਵਾ ਸੰਬੰਧੀ ਛਿੜੇ ਵਿਵਾਦ ਬਾਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਲਏ ਸਪਸ਼ਟ ਸਟੈਂਡ ਦੀ ਹਮਾਇਤ ਕਰਦਿਆਂ ਬਾਬਾ ਹਰਬੰਸ ਸਿੰਘ ਦੀ ਦਿੱਲੀ ਵਾਲਿਆਂ ਨੂੰ ਬੇਨਤੀ ਕੀਤੀ ਕਿ ਜਿੰਨਾ ਚਿਰ ਤੱਕ ਸਾਰਾ ਪੰਥ ਕਾਰ ਸੇਵਾ ਸੰਬੰਧੀ ਕੋਈ ਸਾਂਝਾ ਨਿਰਣਾ ਨਹੀਂ ਲੈਂਦਾ, ਉਨਾ ਚਿਰ ਤੱਕ ਕਾਰ ਸੇਵਾ ਦਾ ਕੰਮ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ। ਇਸ ਸੰਬੰਧੀ ਮਾਨ ਸਾਹਿਬ ਵੱਲੋਂ ਭੇਜਿਆ ਇੱਕ ਵਫਦ ਬਾਬਾ ਜੀ ਦੇ ਨੁਮਾਇੰਦਾ ਸਿੰਘਾਂ ਨੂੰ ਮਿਲ ਕੇ ਸਾਰੀ ਬੇਨਤੀ ਕਰ ਚੁੱਕਾ ਹੈ। ਵਫਦ ਨੂੰ ਉੱਥੇ ਮੌਜੂਦ ਸੇਵਾਦਾਰ ਸਿੰਘਾਂ ਨੇ ਦੱਸਿਆ ਕਿ ਬਾਬਾ ਹਰਬੰਸ ਸਿੰਘ ਜੀ ਨੇ ਛਿੜੇ ਵਿਵਾਦ ਨੂੰ ਮੁੱਖ ਰੱਖ ਕੇ ਦੁਬਿਧਾ ਵਿੱਚ ਪੈਣ ਦੀ ਬਜਾਏ ਕਾਰ ਸੇਵਾ ਬੰਦ ਕਰ ਦਿੱਤੀ ਸੀ, ਪਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੁਬਾਰਾ ਸ਼ੁਰੂ ਕਰਵਾ ਦਿੱਤੀ। ਸਾਰੀ ਦੁਨੀਆ ਜਾਣਦੀ ਹੈ ਕਿ ਸਾਕਾ ਨੀਲਾ ਤਾਰਾ ਵੇਲੇ ਭਾਰਤੀ ਟੈਂਕਾਂ ਨੇ ਪਰਿਕਰਮਾ ਵਿੱਚ ਦਾਖਲ ਹੋ ਕੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਅਤੇ ਅਕਾਲ ਤਖਤ ਤੇ ਗੋਲਾਬਾਰੀ ਕਰਕੇ ਕਤਲੋਗਾਰਦ ਕੀਤੀ ਸੀ। ਟੈਂਕਾਂ ਥੱਲੇ ਦਰੜੀ ਹੋਈ ਪਰਿਕਰਮਾ ਉਸ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਹੈ। ਉਹ ਵੀ ਜਦੋਂ ਹਜ਼ਾਰਾਂ ਸਿੰਘ ਟਾਡਾ ਕਾਨੂੰਨ ਅਧੀਨ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਸੜ ਰਹੇ ਹਨ ਤੇ ਕੌਮ ਦੇ ਕਈ ਪਰਵਾਨਿਆਂ ਦੇ ਘਰਾਂ ਵਿੱਚ ਚੁੱਲ੍ਹਿਆਂ ਉੱਤੇ ਘਾਹ ਉੱਗਿਆ ਪਿਆ ਹੈ ਤੇ ਉਹ ਆਪਣੀ ਪੈਲੀ ਵੀ ਵਾਹ ਬੀਜ ਨਹੀਂ ਸਕਦੇ। ਵਿਦੇਸ਼ ਤੋਂ ਆ ਕੇ ਦਰਸ਼ਨ ਕਰਨ ਵਾਲਿਆਂ ਸਿੰਘਾਂ ਨੂੰ ਵੀ ਵੀਜ਼ਾ ਨਹੀਂ ਦਿੱਤਾ ਜਾਂਦਾ ਤੇ ਵਿਦੇਸ਼ੀ ਸਿੱਖ ਆਪਣੀ ਮਾਤ ਭੂਮੀ ਆ ਕੇ ਗੋਲੀਆਂ ਨਾਲ ਛਲਣੀ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਦਰੜੀ ਪਵਿੱਤਰ ਪਰਿਕਰਮਾ ਦੇ ਦਰਸ਼ਨ ਨਹੀਂ ਕਰ ਸਕੇ। ਤਾਂ ਇੰਨੀ ਕਾਹਲੀ ਨਾਲ ਇਹ ਇਤਿਹਾਸਕ ਨਿਸ਼ਾਨ ਅਜੇ ਨਹੀਂ ਮਿਟਾਏ ਜਾਣੇ ਚਾਹੀਦੇ। ਜਦੋਂ ਜੱਲਿਆਂਵਾਲੇ ਬਾਗ ਦੇ ਨਿਸ਼ਾਨ ਅਜੇ ਤੱਕ ਨਹੀਂ ਮਿਟਾਏ ਗਏ ਤੇ ਸਾਂਭ ਕੇ ਰੱਖੇ ਗਏ ਹਨ, ਤਾਂ ਫਿਰ ਇੱਥੇ ਇੰਨੀ ਕਾਹਲ ਕਰਨ ਦੀ ਕੀ ਜ਼ਰੂਰਤ ਹੈ। ਜਨੇਵਾ ਸੰਧੀ, ਜਿਸ ਤੇ ਭਾਰਤ ਦੇ ਵੀ ਦਸਤਖਤ ਹਨ, ਅਨੁਸਾਰ ਕਿਸੇ ਇਤਿਹਾਸਕ ਮਹੱਤਤਾ ਵਾਲੇ ਸਥਾਨ ਨੂੰ ਨਾ ਤਾਂ ਢਾਇਆ ਜਾ ਸਕਦਾ ਹੈ ਤੇ ਨਾ ਹੀ ਬਦਲਿਆ ਜਾ ਸਕਦਾ ਹੈ। ਮਾਨ ਸਾਹਿਬ ਨੇ ਇਹ ਸਾਰਾ ਮਾਮਲਾ UNO ਸਮੇਤ ਦੁਨੀਆ ਦੀ ਅਦਾਲਤ ਵਿੱਚ ਉਠਾਇਆ ਹੈ ਤੇ ਭਾਰਤ ਸਰਕਾਰ ਨੇ ਕਿਸੇ ਵੀ ਪੜਤਾਲੀਆ ਟੀਮ ਨੂੰ ਪੰਜਾਬ ਨਹੀਂ ਆਉਣ ਦਿੱਤਾ। ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਸ਼ੱਕ ਜ਼ਾਹਰ ਕੀਤਾ ਕਿ ਕਿਤੇ ਅਣਜਾਣੇ ਵਿੱਚ ਹੀ ਸ਼੍ਰੋਮਣੀ ਕਮੇਟੀ ਤੇ ਬਾਬਾ ਹਰਬੰਸ ਸਿੰਘ ਜੀ ਭਾਰਤ ਸਰਕਾਰ ਦੀ ਕਿਸੇ ਸਾਜ਼ਿਸ਼ ਦਾ ਸ਼ਿਕਾਰ ਤਾਂ ਨਹੀਂ ਹੋ ਗਏ। ਜੇ ਅਜਿਹਾ ਨਹੀਂ ਹੈ
ਤਾਂ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ, ਜਿਨ੍ਹਾਂ ਦਾ ਪੰਥ ਵਿੱਚ ਅਥਾਹ ਸਤਿਕਾਰ ਹੈ, ਨੂੰ ਆਪਣੇ ਆਪ ਨੂੰ ਇਸ ਕੁਚੱਕਰ ਵਿੱਚੋਂ ਲਾਂਭੇ ਕਰ ਲੈਣਾ ਚਾਹੀਦਾ ਹੈ। ਜਥੇਦਾਰ ਕੁਲਬੀਰ ਸਿੰਘ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਕੁਝ ਲੋਕਾਂ ਵੱਲੋਂ ਸਾਜ਼ਿਸ਼ ਰਚ ਕੇ ਇਤਿਹਾਸਕ ਮਹੱਤਤਾ ਵਾਲੇ ਰਾਮਗੜੀਏ ਬੁੰਗੇ, ਜਿਨ੍ਹਾਂ ਵਿੱਚ ਸਿੱਖ ਰਾਜ ਦੀਆਂ ਦਿੱਲੀ ਤੇ ਰਾਜ ਕਰਨ ਦੀਆਂ ਨਿਸ਼ਾਨੀਆਂ ਮੌਜੂਦ ਹਨ ਤੇ ਜੋ ਸਿੱਖ ਕੌਮ ਨੂੰ ਬਾਦਸ਼ਾਹੀ ਦੇ ਦਿਨ ਯਾਦ ਕਰਵਾਉਂਦੀਆਂ ਹਨ ਤੇ ਅੱਗੋਂ ਵੀ ਬਾਦਸ਼ਾਹੀ ਪ੍ਰਾਪਤ ਕਰਨੀ ਪ੍ਰੇਰਨਾ ਦਿੰਦੀਆਂ ਹਨ, ਨੂੰ ਵੀ ਢਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸੇ ਹੀ ਤਰ੍ਹਾਂ ਸਰਹੰਦ ਵਿਖੇ ਦਸਮ ਪਿਤਾ ਦੇ ਛੋਟੇ ਦੋ ਸਾਹਿਬਜ਼ਾਦੇ ਫਤਿਹ ਸਿੰਘ ਜੀ ਅਤੇ ਬਾਬਾ ਜੋਰਾਵਰ ਸਿੰਘ ਸਮੇਤ ਮਾਤਾ ਗੁਜਰੀ ਦੇ, ਜਿਸ ਖੂਹ ਰੂਪੀ ਭੋਰੇ ਵਿੱਚ ਕੈਦ ਰੱਖਿਆ ਗਿਆ ਸੀ, ਨੂੰ ਵੀ ਢਾਹ ਦਿੱਤਾ ਗਿਆ ਹੈ। ਬੀਬੀ ਭਾਨੀ ਦਾ ਚੁੱਲ੍ਹਾ ਵੀ ਭੰਨ ਕੇ ਉੱਥੇ ਮਾਰਬਲ ਦਾ ਚੁੱਲ੍ਹਾ ਬਣਾ ਦਿੱਤਾ ਗਿਆ ਹੈ। ਇੱਕ ਇੱਕ ਕਰਕੇ ਸਾਰੀਆਂ ਇਤਿਹਾਸਕ ਮਹੱਤਤਾ ਵਾਲੀਆਂ ਨਿਸ਼ਾਨੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਜਨਰਲ ਛਿੱਬਰ, ਜੋ ਪਹਿਲਾਂ ਪੱਛਮੀ ਕਮਾਨ ਦੇ ਮੁਖੀ ਸਨ, ਨੂੰ ਪੰਜਾਬ ਦਾ ਗਵਰਨਰ ਥਾਪਣਾ ਵੀ ਉਪਰੋਕਤ ਸਾਰੇ ਸ਼ੱਕਾਂ ਨੂੰ ਪੱਕਾ ਕਰਦਾ ਹੈ। ਜਥੇਦਾਰ ਕੁਲਬੀਰ ਸਿੰਘ ਕੌੜਾ ਨੇ ਦਮਦਮੀ ਟਕਸਾਲ, ਸੰਤ ਸਮਾਜ, ਸਮੂਹ ਕਾਰ ਸੇਵਾ ਵਾਲੇ ਤੇ ਪੰਥ ਦਰਦੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦਾ ਇਤਿਹਾਸ ਸਾਂਭਣ ਵੱਲ ਵਿਸ਼ੇਸ਼ ਧਿਆਨ ਦੇਣ। ਜਿਸ ਕੌਮ ਦਾ ਇਤਿਹਾਸ ਖਤਮ ਹੋ ਜਾਵੇ, ਉਹ ਕੌਮਾਂ ਵੀ ਜ਼ਿਆਦਾ ਦੇਰ ਜਿੰਦਾ ਨਹੀਂ ਰਹਿ ਸਕਦੀਆਂ। ਇਹ ਅਪੀਲ ਮੈਂ ਜਿਸ ਬਾਬੇ ਹਰਬੰਸ ਸਿੰਘ ਜੀ ਨੂੰ ਕੀਤੀ ਸੀ, ਉਸੇ ਨੂੰ ਹੀ ਹੁਣ ਪਾਕਿਸਤਾਨ ਵਿੱਚ ਰਹਿ ਗਏ ਗੁਰਦੁਆਰਿਆਂ ਦੀ ਕਾਰ ਸੇਵਾ ਦੇਣ ਦੀ ਵੀ ਗੱਲ ਚੱਲੀ ਸੀ। ਜੇ ਸੱਚਮੁੱਚ ਹੀ ਉਹਨੂੰ ਇਹ ਕਾਰ ਸੇਵਾ ਦੇ ਦਿੱਤੀ ਗਈ, ਤਾਂ ਸਭ ਤੋਂ ਪਹਿਲਾਂ ਇਹ ਬਾਬਾ ਨਨਕਾਣਾ ਸਾਹਿਬ ਗੁਰਦੁਆਰੇ ਦੇ ਵਿਹੜੇ ਵਿੱਚ ਖਲੋਤਾ ਉਹ ਜੰਡ ਦਾ ਰੁੱਖ ਪੁੱਟੇਗਾ, ਜਿਹਦੇ ਨਾਲ ਨਰੈਣੂ ਮਹੰਤ ਨੇ ਭਾਈ ਲਛਮਣ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਬੰਨ੍ਹ ਕੇ ਸਾੜਿਆ ਸੀ। ਦੂਜੀ ਘਟਨਾ ਇਉਂ ਹੈ। ਦਮਦਮੀ ਟਕਸਾਲ ਚੌਂਕ ਮਹਿਤਾ ਦੀ ਚੰਡੀਗੜ੍ਹ ਨਾਂ ਨਾਲ ਜਾਣੀ ਜਾਂਦੀ ਇਮਾਰਤ ਦੇ ਇੱਕ ਕਮਰੇ ਦੀਆਂ ਕੰਧਾਂ ਉਹਨਾਂ ਬਹਾਦਰਾਂ ਦੀਆਂ ਅਖਬਾਰਾਂ ਵਿੱਚ ਆਈਆਂ ਸ਼ਹੀਦਾਂ ਦੀਆਂ ਫੋਟੋਆਂ ਤਰੀਕਾਂ ਸਮੇਤ ਅਖਬਾਰਾਂ ਦੀ ਕਟਿੰਗ ਕਰਕੇ ਤਰਤੀਬਵਾਰ ਕੰਧ ਤੇ ਚਿਪਕਾਈਆਂ ਹੋਈਆਂ ਸਨ ਕਿ ਵੇਖਣ ਵਾਲਾ ਵਾਹ-ਵਾਹ ਕਰ ਉੱਠਦਾ ਸੀ। ਕਮਰੇ ਦੀਆਂ ਚਾਰੇ ਕੰਧਾਂ ਸ਼ਹੀਦਾਂ ਦੀਆਂ ਫੋਟੋਆਂ ਨਾਲ ਭਰ ਚੁੱਕੀਆਂ ਸਨ। ਉਸ ਵਿੱਚ ਸੰਗ੍ਰਹਿਕਰਤਾ ਨੇ ਇਹ ਖਾਸ ਖਿਆਲ ਰੱਖਿਆ ਸੀ ਕਿ ਕਿਤੇ ਸਿੱਖ ਭੇਸ ਵਿੱਚ ਮਾਰੇ ਗਏ ਸਰਕਾਰੀ ਮੁਖਬਰ ਤੇ ਕੈਟ ਦੀ ਫੋਟੋ ਨਾ ਲੱਗ ਜਾਵੇ। ਜਿਵੇਂ ਬ੍ਰਹਿਮੰਡ ਵਿੱਚ ਰਹਿਣ ਵਾਲਾ ਬ੍ਰਹਿਮੰਡ ਦੀ ਤੇ ਧਰਤੀ ਤੇ ਰਹਿਣ ਵਾਲਾ ਧਰਤੀ ਦੀ ਜਾਣਕਾਰੀ ਰੱਖਦਾ ਹੈ, ਇਸੇ ਤਰ੍ਹਾਂ ਹੀ ਉਸ ਸੰਗ੍ਰਹਿਕਰਤਾ ਸਿੰਘ ਨੂੰ ਢੂੰਡ ਤੇ ਭੌਰੇ ਦੀ ਪੂਰੀ ਜਾਣਕਾਰੀ ਤੇ ਪਛਾਣ ਸੀ। ਇਸ ਚੰਗੇ ਕੰਮ ਲਈ ਇੱਕ ਹੋਰ ਕਮਰੇ ਦੀ ਮੰਗ ਉਸ ਸਿੰਘ ਕੋਲੋਂ ਇਹ ਸੋਚ ਕੇ ਹੋ ਗਈ ਕਿ ਉਹਦੇ ਪਹਿਲੇ ਕੀਤੇ ਕੰਮ ਨੂੰ ਸਲਾਹਿਆ ਜਾਵੇਗਾ, ਪਰ ਹੋਇਆ ਉਸ ਦੇ ਉਲਟ। ਉਹ ਕਮਰਾ ਨਿਗੇ ਚੜ ਗਿਆ। ਇੱਕ ਦਿਨ ਤੱਤੇ ਪਾਣੀ ਦੇ ਕਈ ਭਾਂਡੇ ਕਮਰੇ ਵਿੱਚ ਪਹੁੰਚ ਗਏ। ਤੱਤਾ ਪਾਣੀ ਪਾ ਕੇ ਸਾਰੀਆਂ ਫੋਟੋਆਂ ਖੁਰਚ ਦਿੱਤੀਆਂ ਗਈਆਂ। ਕਮਰੇ ਨੂੰ ਨਵੇਂ ਸਿਰਿਓਂ ਸਫੈਦੀ ਕਰ ਦਿੱਤੀ ਗਈ ਤੇ ਉਸ ਸਿੰਘ ਨੂੰ ਜਲੀਲ ਕਰਕੇ ਉੱਥੋਂ ਕੱਢ ਦਿੱਤਾ ਗਿਆ। ਇਹ ਸਾਰਾ ਕੰਮ ਦਮਦਮੀ ਟਕਸਾਲ ਦੇ ਮੁਖੀ ਬਾਬਾ ਠਾਕਰ ਸਿੰਘ ਦੇ ਹੁਕਮ ਤੇ ਉਹਨਾਂ ਦੀ ਹਾਜ਼ਰੀ ਵਿੱਚ ਹੋਇਆ। ਇਹ ਘਟਨਾ ਐਸੀ ਹੈ ਜਿਵੇਂ ਦੁਬਾਰਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੋਵੇ। ਇਹ ਹਮਲਾ ਨਾ ਇੰਦਰਾ ਗਾਂਧੀ ਨੇ ਕੀਤਾ, ਨਾ ਪਹਿਲੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਸੁਰਜੀਤ ਸਿੰਘ ਬਰਨਾਲਾ ਨੇ ਕੀਤਾ, ਸਗੋਂ ਗਿਆਨੀ ਜਰਨੈਲ ਸਿੰਘ ਦੇ 14ਵੇਂ ਮੁਖੀ ਦਮਦਮੀ ਟਕਸਾਲ ਦੇ ਅੰਦਰੋਂ ਹੋਇਆ। ਜਿਸ ਟਕਸਾਲ ਦੇ ਨਾਮ ਥੱਲੇ ਲੱਖਾਂ ਲੋਕਾਂ ਨੇ ਅੰਮ੍ਰਿਤ ਛਕਿਆ ਤੇ ਜ਼ੁਲਮ ਦੇ ਖਿਲਾਫ ਲੜ ਕੇ ਮਰਨ ਦੀ ਪ੍ਰੇਰਨਾ ਲਈ ਸੀ। ਪ੍ਰੇਰਨਾ ਹੀ ਨਹੀਂ ਲਈ, ਮਰ ਕੇ ਵੀ ਵਿਖਾਇਆ ਸੀ। ਆਪਣੀ ਸੋਚ ਦੀ ਗੱਲ ਹੈ। ਕਿਸੇ ਨੇ ਉਹਨਾਂ ਫੋਟੋਆਂ ਨੂੰ ਠੀਕ ਨਾ ਸਮਝਦਿਆਂ ਉਸ ਸਿੰਘ ਨੂੰ ਫਟਕਾਰਾਂ ਪਾਈਆਂ, ਪਰ ਜੇ ਗਿਆਨੀ ਜਰਨੈਲ ਸਿੰਘ ਖਾਲਸਾ ਆਪ ਆ ਕੇ ਉਸ ਸਿੰਘ ਦਾ ਬਣਾਇਆ ਹੋਇਆ ਇਹ ਸ਼ਾਹਕਾਰ ਵੇਖਦੇ ਤਾਂ ਉਸ ਨੂੰ ਛਾਤੀ ਨਾਲ ਲਾਉਂਦੇ, ਉਹਦਾ ਮੂੰਹ ਚੁੰਮਦੇ। ਸਮਾਂ ਸਮਰੱਥ ਉਹ ਅਰਜਨ ਦੇ ਬਾਣ ਤੇ ਉਹ ਅਰਜਨ ਦੇ ਹੱਥ। ਇਹ ਪੰਜਾਬੀ ਦਾ ਅਖਾਣ ਸਮੇਂ ਦੀ ਤਬਦੀਲੀ ਦਰਸਾਉਂਦਾ ਹੈ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਜੀ। ਇਸੇ ਹੀ ਟਕਸਾਲ ਵਿੱਚ ਇੱਕ ਵਾਰ ਇੱਕ ਮਾਤਾ ਨੇ ਆ ਕੇ ਕਿਹਾ ਸੀ, ਮੇਰਾ ਇੱਕੋ ਇੱਕ ਪੁੱਤ ਸ਼ਹੀਦ ਹੋ ਚੁੱਕਾ ਹੈ, ਮੇਰਾ ਕੁਝ ਸੋਚਿਆ ਜਾਵੇ। ਮਿੱਠੇ ਬੋਲਾਂ ਨਾਲ ਉਸ ਨੂੰ ਧਰਵਾਸ ਦੇਣ ਦੀ ਥਾਂ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ
ਟਰੇਸੀ ਵਿੱਚ ਟਕਸਾਲ ਦੀ ਬ੍ਰਾਂਚ ਦੇ ਰੂਪ ਵਿੱਚ ਬਹੁਤ ਵੱਡਾ ਗੁਰਦੁਆਰਾ ਉਸਾਰਨ ਵਾਲੇ ਮੋਢੀ ਸੱਜਣਾ ਵਿੱਚੋਂ ਇੱਕ ਨੇ ਕਿਹਾ ਸੀ, ਤੇ ਅਸੀਂ ਸ਼ਹੀਦ ਕਰਤਾ ਤੇਰਾ ਪੁੱਤ। ਅਸੀਂ ਉਹਨੂੰ ਆਖਿਆ ਸੀ ਪੰਗੇ ਲੈ, ਬਸ ਇਹ ਤਬਦੀਲੀ ਲਿਆਉਣਾ ਹੀ ਖੁਫੀਆ ਏਜੰਸੀਆਂ ਦੇ ਕੰਮ ਹੁੰਦੇ ਹਨ। ਇਸੇ ਕਰਕੇ ਹੀ ਅੱਜ ਲੋਕ ਭਿੰਡਰਾਂ ਵਾਲੇ ਨੂੰ ਚੇਤੇ ਕਰਦੇ ਹਨ। ਅੱਜ ਹੁੰਦਾ ਭਿੰਡਰਾਂ ਵਾਲਾ, ਫੇਰ ਵੇਂਦੇ ਰਾਸ਼ਟਰੀ ਸਿੱਖ ਸੰਗਤ ਵਾਲੇ ਵਿੰਗੇ ਜੇ ਬਨਾਵਟੀ ਸਿੱਖ ਕਿੱਦਾਂ ਇੱਕ ਓੰਕਾਰ ਦਾ ਓਮ ਬਣਾਉਂਦੇ ਤੇ ਕਿੱਦਾਂ ਟਕਸਾਲ ਵਿੱਚੋਂ ਸੰਥਿਆ ਲੈਂਦੇ ਸਨ। ਸ਼ੇਰਾਂ ਦੇ ਘੋਰ ਨੇ ਤੇ ਗਿੱਦੜ ਕਰਨ ਕਲੋਲਾਂ। ਕਿਤਾਬ ਤੇ ਸਿੱਖ ਵੀ ਨਿਕਲਿਆ ਗਿਆ, ਭਾਗ 17ਵਾਂ। ਲੇਖਕ ਕੁਲਬੀਰ ਸਿੰਘ ਕੌੜਾ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।